ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤ ਸੰਗਤ, ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਦੋ ਬੜੇ ਚੰਗੇ ਮਿੱਤਰ ਰਹਿੰਦੇ ਸਨ। ਆਪਸ ਵਿੱਚ ਬੜੀ ਉਹਨਾਂ ਦੀ ਨੇੜਤਾ ਸੀ, ਬੜਾ ਗੂੜ ਸੀ, ਪਿਆਰ ਸੀ, ਸਨੇਹ ਸੀ। ਪਿੰਡ ਵਿੱਚ ਉਹ ਜਦੋਂ ਵਿੱਦਿਆ ਹਾਸਲ ਕਰਦੇ ਸਨ, ਉਸ ਤੋਂ ਬਾਅਦ ਦੋਹਾਂ ਨੇ ਮਨ ਬਣਾਇਆ ਕਿ ਹੁਣ ਕਮਾਈ ਦੇ ਲਈ ਅਸੀਂ ਇਸ ਪਿੰਡੋਂ ਦੂਰ ਇੱਕ ਸ਼ਹਿਰ ਵਿੱਚ ਚਲੇ ਜਾਈਏ। ਆਪਸ ਵਿੱਚ ਜਦੋਂ ਸਲਾਹ ਮਸ਼ਵਰਾ ਕਰਦੇ, ਇਹ ਕਿਹਾ ਕਰਦੇ ਕਿ ਪਿੰਡ ਵਿੱਚ ਕੁਝ ਬਹੁਤੇ ਮੌਕੇ ਨਹੀਂ ਹਨ ਕਮਾਈ ਕਰਨ ਦੇ, ਅਮੀਰ ਹੋਣ ਦੇ। ਦੋਹਾਂ ਨੇ ਸਲਾਹ ਕੀਤੀ ਕਿ ਆਪਾਂ ਪਿੰਡੋਂ ਦੂਰ ਨਗਰ ਵਿੱਚ ਜਾਵਾਂਗੇ, ਜਿਹੜਾ ਸ਼ਹਿਰ ਹੈ ਉੱਥੇ ਜਾ ਕੇ ਕਮਾਈ ਕਰਾਂਗੇ। ਇਹਨਾਂ ਵਿੱਚੋਂ ਇੱਕ ਦੀ ਉਮਰ 21 ਸਾਲ ਸੀ, ਇੱਕ ਦੀ 18 ਸਾਲ ਸੀ। ਜਿਹੜਾ ਵੱਡੀ ਉਮਰ ਦਾ ਸੀ ਉਹ ਭੋਲਾ ਭਾਲਾ ਸੀ, ਤੇ ਜਿਹੜਾ ਛੋਟੀ ਉਮਰ ਵਾਲਾ ਸੀ ਉਹ ਚੁਸਤ ਸੀ, ਚਲਾਕ ਸੀ, ਤੇਜ਼ ਸੀ। ਵੱਡੀ ਉਮਰ ਵਾਲੇ ਨੇ ਸੋਚਿਆ ਕਿ ਮੈਂ ਇਹਨੂੰ ਜ਼ਰੂਰ ਨਾਲ ਰੱਖਦਾ ਹਾਂ, ਕਿਉਂਕਿ ਜਦੋਂ ਘਰੋਂ ਬਾਹਰ ਨਿਕਲੇ 100 ਕਿਸਮ ਦੀਆਂ ਔਕੜਾਂ ਆਉਣੀਆਂ ਨੇ, ਭਾਂਤ ਭਾਂਤ ਦੇ ਲੋਕ ਮਿਲਣੇ ਨੇ। ਇਹ ਮੇਰਾ ਸਾਥ ਦੇਵੇਗਾ, ਇਹ ਮੇਰਾ ਫਾਇਦਾ ਹੀ ਕਰਵਾਏਗਾ, ਨੁਕਸਾਨ ਨਹੀਂ ਕਰਵਾਏਗਾ। ਵੈਸੇ ਵੀ ਪਿਆਰ ਪ੍ਰੇਮ ਇੰਨਾ ਸੀ ਕਿ ਇੱਕ ਦੂਜੇ ਬਿਨਾਂ ਉਹ ਪਲ ਨਹੀਂ ਸਨ ਸਹਾਰਦੇ। ਇਸ ਕਰਕੇ ਉਸਨੇ ਸੋਚਿਆ ਕਿ ਚਲੋ ਠੀਕ ਹੈ, ਸ਼ਹਿਰ ਜਾਂਦੇ ਹਾਂ, ਕਿਸੇ ਨਾ ਕਿਸੇ ਕਿਸਮ ਦਾ ਕੰਮਕਾਰ ਲੱਭ ਕੇ ਇੱਕ ਵਾਰੀ ਪੈਰ ਧਰਾਵਾ ਕਰ ਲੈਂਦੇ ਹਾਂ, ਫਿਰ ਹੌਲੀ ਹੌਲੀ ਕਮਾਈ ਦੇ ਸਾਧਨਾਂ ਦੇ ਵਿੱਚ ਇਜ਼ਾਫਾ ਕਰਦੇ ਜਾਵਾਂਗੇ। ਜਦੋਂ ਉਹ ਸ਼ਹਿਰ ਪਹੁੰਚੇ, 2-4 ਦਿਨਾਂ ਦੇ ਵਿੱਚ ਉਹਨਾਂ ਨੂੰ ਅਲੱਗ-ਅਲੱਗ ਦੁਕਾਨਾਂ 'ਤੇ ਕੰਮ ਲੱਭ ਗਿਆ। ਦੋਹਾਂ ਨੇ ਮਿਹਨਤ ਨਾਲ ਕੰਮਕਾਰ ਕੀਤਾ ਤੇ 4 ਪੈਸੇ ਜੋੜਨੇ ਸ਼ੁਰੂ ਕਰ ਦਿੱਤੇ। ਕੁਝ ਕੁ ਮਹੀਨਿਆਂ ਦੇ ਵਿੱਚ ਉਹਨਾਂ ਨੇ ਇੰਨੀ ਲਗਨ ਦੇ ਨਾਲ ਵੱਧ ਤੋਂ ਵੱਧ ਕੰਮ ਕਰਕੇ ਪੈਸੇ ਜੋੜ ਲਏ। ਇੱਕੋ ਥਾਂ 'ਤੇ ਰਹਿੰਦੇ ਸਨ, ਇੱਕ ਕਮਰਾ ਸੀ, ਇੱਕ ਛੋਟੀ ਜਿਹੀ ਉਹਨਾਂ ਦੇ ਕੋਲੇ ਰਸੋਈ ਸੀ। ਇੱਕ ਦਿਨ ਬੈਠਿਆਂ ਜਿਹੜਾ ਉਮਰ ਵਿੱਚ ਛੋਟਾ ਸੀ, ਚੁਸਤ ਚਲਾਕ ਤੇਜ਼ ਸੀ, ਉਸਨੇ ਆਪਦੇ ਦੂਜੇ ਸਾਥੀ ਨੂੰ ਕਿਹਾ ਕਿ ਮੈਨੂੰ ਲੱਗਦਾ ਕਿ ਹੁਣ ਸਮਾਂ ਆ ਗਿਆ, ਆਪਾਂ ਨੂੰ ਆਪਣਾ ਕੰਮ ਵਿੱਢ ਲੈਣਾ ਚਾਹੀਦਾ ਹੈ। ਆਪਾਂ ਕਿਸੇ ਤੋਂ ਕੁਝ ਉਧਾਰੀ ਫੜ ਲੈਂਦੇ ਹਾਂ, ਕੁਝ ਰੁਪਈਏ ਮੇਰੇ ਕੋਲੇ ਨੇ, ਕੁਝ ਤੇਰੇ ਕੋਲੇ ਨੇ, ਰਲ ਮਿਲ ਕੇ ਆਪਣਾ ਕਾਰੋਬਾਰ ਵਿੱਢੀਏ, ਤੋਰੀਏ ਤੇ ਅੱਗੇ ਨੂੰ ਵੱਧ ਚੱਲੀਏ। ਵੱਡੇ ਨੂੰ ਉਹਦੀ ਸਲਾਹ ਪਸੰਦ ਆਈ। ਦੋਵਾਂ ਨੇ ਆਪੋ ਆਪਣੇ ਮਾਲਕਾਂ ਦੇ ਨਾਲ ਜਾ ਕੇ ਗੱਲਬਾਤ ਕੀਤੀ ਕਿ ਜਿੰਨੀ ਸਾਡੀ ਨਿਭੀ ਉਨੀ ਬਹੁਤ ਵਧੀਆ ਹੈ, ਹੁਣ ਅਸੀਂ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦੇ ਹਾਂ। ਦੋਹਾਂ ਦੇ ਮਾਲਕਾਂ ਨੇ ਕਿਹਾ ਕਿ ਚਲੋ ਠੀਕ ਹੈ, ਤੁਸੀਂ ਸਾਫ਼ ਨੀਅਤ ਲੋਕ ਹੋ, ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਉਹਨਾਂ ਨੇ ਕੁਛ ਨਾ ਕੁਛ ਉਹਨਾਂ ਦੀ ਵਿੱਤੀ ਸਹਾਇਤਾ ਕੀਤੀ ਤੇ ਉਹਨਾਂ ਨੇ ਦੂਸਰੀ ਗਲੀ ਦੇ ਵਿੱਚ ਇੱਕ ਦੁਕਾਨ ਖੋਲ੍ਹ ਲਈ। ਉੱਥੇ ਉਹ ਸਾਰਾ ਸੌਦਾ ਪੱਤਾ ਰੱਖਿਆ ਕਰਦੇ ਸਨ। ਉੱਥੇ ਉਹਨਾਂ ਨੇ ਬਹੁਤ ਮਿਹਨਤ ਨਾਲ, ਲਗਨ ਨਾਲ ਕੰਮਕਾਰ ਕੀਤਾ। ਕੁਝ ਮਹੀਨਿਆਂ ਦੇ ਵਿੱਚ ਹੀ ਉਹਨਾਂ ਨੇ ਜਿਸ ਤੋਂ ਪੈਸੇ ਫੜੇ ਸਨ ਉਹਨਾਂ ਦੇ ਮੋੜ ਦਿੱਤੇ ਤੇ ਅਗਲੇ ਕੁਝ ਮਹੀਨਿਆਂ ਦੇ ਵਿੱਚ ਉਹਨਾਂ ਨੇ ਅਥਾਹ ਕਮਾਈ ਕੀਤੀ। ਜਿਹੜਾ ਛੋਟਾ ਸੀ ਉਹ ਵੱਡੇ ਨੂੰ ਕਹਿੰਦਾ ਕਿ ਆਪਾਂ ਜਿਹੜਾ ਪੈਸਾ ਆ ਰਿਹਾ ਨਾ ਸਾਡੇ ਕੋਲੇ, ਇਸ ਨੂੰ ਆਪਣੇ ਤੇ ਨਹੀਂ ਲਾਉਣਾ, ਇਸ ਨੂੰ ਖਰਚ ਨਹੀਂ ਕਰਨਾ। ਇਸ ਪੈਸੇ ਨਾਲ ਅਸੀਂ ਹੋਰ ਕਾਰੋਬਾਰ ਖੋਲ੍ਹਣੇ ਨੇ, ਹੋਰ ਦੁਕਾਨਾਂ ਖੋਲ੍ਹਣੀਆਂ ਨੇ। ਇਸ ਤਰੀਕੇ ਨਾਲ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਨੇ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਦੁਕਾਨਾਂ ਖੋਲ੍ਹ ਦਿੱਤੀਆਂ। ਇੱਕ ਗੱਲ ਜਿਹੜੀ ਵੱਡੇ ਨੂੰ ਹਮੇਸ਼ਾ ਰੜਕਦੀ ਸੀ, ਉਸ ਨੂੰ ਸਮਝ ਨਹੀਂ ਸੀ ਆਉਂਦੀ, ਉਹ ਇਹ ਸੀ ਕਿ ਜਦ ਵੀ ਉਹ ਕਿਹਾ ਕਰਦਾ ਕਿ ਮੈਂ ਪਿੰਡ ਜਾ ਕੇ ਆਉਣਾ ਹੈ, ਆਪਣੇ ਮਾਂ-ਬਾਪ ਨੂੰ ਮਿਲ ਕੇ ਆਉਣਾ ਹੈ, ਤਾਂ ਛੋਟਾ ਉਸ ਨੂੰ ਰੋਕ ਦਿਆ ਕਰਦਾ। ਉਸ ਨੂੰ ਕਹਿ ਦਿਆ ਕਰੇ ਕਿ ਆਪਾਂ ਅਜੇ ਪਿੰਡ ਨਹੀਂ ਜਾਣਾ, ਆਪਾਂ ਕੁਝ ਪੈਸੇ ਹੋਰ ਜੋੜ ਲਈਏ, ਆਪਾਂ ਫਿਰ ਪਿੰਡ ਚੱਲਾਂਗੇ। ਤੇ ਉਦੋਂ ਤੱਕ ਜਿੰਨੇ ਵੀ ਪਿੰਡੋਂ ਚਿੱਠੀ ਪੱਤਰ ਆਉਂਦੇ ਨੇ ਮਾਂ-ਬਾਪ ਦੇ, ਕਿਸੇ ਭੈਣ ਭਰਾ ਦੇ, ਕਿਸੇ ਰਿਸ਼ਤੇਦਾਰ ਦੇ, ਉਹਨਾਂ ਨੂੰ ਆਪਾਂ ਕਦੇ ਨਹੀਂ ਦੱਸਣਾ ਕਿ ਆਪਣੇ ਕਾਰੋਬਾਰ ਕਿੰਨੇ ਨੇ, ਆਪਾਂ ਕਿੰਨੀਆਂ ਦੁਕਾਨਾਂ ਦੇ ਮਾਲਕ ਬਣ ਗਏ ਹਾਂ। ਆਪਾਂ ਹਮੇਸ਼ਾ ਇਹੀ ਦੱਸਣਾ ਕਿ ਅਸੀਂ ਦੁਕਾਨ 'ਤੇ ਕੰਮ ਕਰਦੇ ਹਾਂ, ਸਾਡਾ ਸੇਠ, ਸਾਡਾ ਮਾਲਕ ਬਹੁਤ ਵਧੀਆ ਸੁਭਾਅ ਦਾ ਹੈ, ਸਾਡਾ ਬੜਾ ਖਿਆਲ ਰੱਖਦਾ ਹੈ, ਅਸੀਂ ਬਿਲਕੁਲ ਕਿਸੇ ਤੰਗੀ 'ਚ ਨਹੀਂ, ਪਰੇਸ਼ਾਨੀ 'ਚ ਨਹੀਂ, 4 ਰੁਪਈਏ ਬਣਾ ਰਹੇ ਹਾਂ, ਸਾਡਾ ਜਿਹੜਾ ਗੁਜ਼ਰ ਬਸਰ ਹੈ ਉਹ ਸੌਖਾ ਹੋ ਰਿਹਾ। ਬਸ ਇੰਨਾ ਕੁ ਦੱਸਣਾ ਹੈ। ਇਹ ਨਹੀਂ ਦੱਸਣਾ ਕਿ ਅਸੀਂ ਦੁਕਾਨਾਂ ਦੇ ਮਾਲਕ ਹਾਂ, ਇਹ ਕਦੇ ਨਹੀਂ ਦੱਸਣਾ। ਜਦੋਂ ਆਪਾਂ ਪਿੰਡ ਜਾਣਾ ਹੋਇਆ, ਮਾਂ-ਬਾਪ ਨੂੰ ਜਦੋਂ ਜਾ ਕੇ ਆਪ ਮਿਲੇ, ਉਦੋਂ ਗੱਲ ਆਪਾਂ ਇਹ ਸਾਂਝੀ ਕਰਨੀ ਹੈ, ਉਦੋਂ ਤੱਕ ਇਸ ਗੱਲ 'ਤੇ ਪਰਦਾ ਰੱਖਣਾ ਹੈ। ਜਦੋਂ ਵੀ ਉਹ ਜਿਹੜਾ ਉਮਰ ਦੇ ਵਿੱਚ ਵੱਡਾ ਸਾਥੀ ਸੀ, ਉਸਨੇ ਇਹ ਗੱਲ ਸੋਚਿਆ ਕਰਨੀ, ਉਸਨੇ ਹੈਰਾਨ ਹੋਇਆ ਕਰਨਾ, ਪਰੇਸ਼ਾਨ ਹੋਇਆ ਕਰਨਾ ਕਿ ਇਸ ਤਰ੍ਹਾਂ ਕਿਉਂ ਕਰ ਰਿਹਾ। ਆਖਰਕਾਰ ਉਸਨੇ ਵਾਰੀ-ਵਾਰੀ ਉਸਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਆਪਣੇ ਕੋਲੇ ਸਾਰਾ ਕੁਝ ਹੈ, ਸੁੱਖ ਸਹੂਲਤਾਂ ਨੇ, ਆਪਣੇ ਘਰ ਖਰੀਦ ਲਏ ਨੇ, ਹੁਣ ਤੇ ਆਪਾਂ ਜਾਈਏ। ਉਹ ਕਹਿੰਦਾ ਚੱਲ ਠੀਕ ਹੈ, ਆਪਾਂ ਅਗਲੇ ਮਹੀਨੇ ਚੱਲਾਂਗੇ। ਜਿਹੜਾ ਛੋਟਾ ਸੀ, ਚੁਸਤ ਚਲਾਕ ਸੀ, ਉਹ ਬਹੁਤ ਤੀਖਣ ਬੁੱਧੀ ਸੀ। ਹੁਣ ਜਦੋਂ ਇੰਨੀ ਮਾਇਆ ਆ ਗਈ, ਇੰਨਾ ਧਨ ਆ ਗਿਆ, ਉਸਦੇ ਦਿਮਾਗ 'ਤੇ ਪਰਦਾ ਪੈ ਗਿਆ। ਹੁਣ ਜਿਹੜੀ ਇਮਾਨਦਾਰੀ ਉਹਦੇ ਵਿੱਚ ਭਰੀ ਹੋਈ ਸੀ ਉਹ ਦੂਰ ਹੋਣ ਲੱਗੀ। ਉਹਦੇ ਮਨ ਵਿੱਚ ਇੱਕ ਬੜੀ ਖਤਰਨਾਕ ਸਾਜ਼ਿਸ਼ ਪਣਪ ਗਈ। ਉਸਨੇ ਸੋਚ ਲਿਆ ਕਿ ਅਜੇ ਕਿਸੇ ਨੂੰ ਵੀ ਨਹੀਂ ਪਤਾ, ਸਾਡੇ 'ਚੋਂ, ਸਾਡੇ ਰਿਸ਼ਤੇਦਾਰਾਂ ਨੂੰ, ਸਾਡੇ ਮਾਂ-ਪਿਓ ਨੂੰ, ਸਾਡੇ ਪਿੰਡ ਵਾਲਿਆਂ ਨੂੰ, ਕਿ ਇਹ ਕਾਰੋਬਾਰ ਕਿਹਦੇ ਨੇ, ਇੰਨਾ ਕੁਛ ਅਸੀਂ ਬਣਾਇਆ, ਕਿਸੇ ਨੂੰ ਕੁਛ ਨਹੀਂ ਪਤਾ। ਇੱਥੋਂ ਤੱਕ ਕਿ ਸਾਡੇ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਨਹੀਂ ਪਤਾ ਕਿ ਇਹ ਮਲਕੀਅਤ ਕਿਸ ਦੀ ਹੈ।
ਮੈਂ ਇਸ ਤਰ੍ਹਾਂ ਕਿਉਂ ਨਾ ਕਰਾਂ ਕਿ ਇਸ ਨੂੰ ਮੈਂ ਮਾਰ ਦਿਆਂ। ਸੋ ਉਸਨੇ ਆਪਣੀ ਤੀਖਣ ਬੁੱਧੀ ਦਾ ਇਸਤੇਮਾਲ ਕੀਤਾ ਅਤੇ ਆਪਣੇ ਦੋਸਤ ਨੂੰ, ਆਪਣੇ ਸੰਗੀ ਸਾਥੀ ਨੂੰ, ਬਹੁਤ ਸਾਰੇ ਕਿੱਤਿਆਂ ਦੇ ਵਿੱਚ ਆਪਣੇ ਸਾਂਝੀ ਨੂੰ ਉਸਨੇ ਜ਼ਹਿਰ ਦੇ ਦਿੱਤਾ। ਹੁਣ ਜਦੋਂ ਉਸਨੇ ਜ਼ਹਿਰ ਵਾਲਾ ਪਕਵਾਨ ਖਾਧਾ, ਜ਼ਹਿਰ ਵਾਲਾ ਖਾਣਾ ਖਾਧਾ, ਪਤਾ ਉਸਨੂੰ ਲੱਗ ਗਿਆ ਕਿ ਮੇਰੇ ਨਾਲ ਕੋਈ ਚਾਲ ਖੇਡੀ ਗਈ ਹੈ। ਹੁਣ ਉਸਨੂੰ ਸਾਰੀ ਚੀਜ਼ ਸਪਸ਼ਟ ਹੋ ਗਈ, ਸਮਝ ਆ ਗਈ ਕਿ ਇਸ ਨੇ ਅਜੇ ਤੱਕ ਮੈਨੂੰ ਕਿਉਂ ਰੋਕਿਆ ਹੋਇਆ ਸੀ, ਕਿਉਂ ਡੱਕਿਆ ਸੀ ਪਿੰਡ ਜਾਣ ਤੋਂ। ਉਸਨੇ ਬਥੇਰੇ ਉਹਦੇ ਮਿੰਨਤਾਂ ਤਰਲੇ ਕੀਤੇ ਕਿ ਤੂੰ ਮੈਨੂੰ ਕਿਸੇ ਵੈਦ ਕੋਲੇ ਲੈ ਚੱਲ, ਹਕੀਮ ਕੋਲੇ ਲੈ ਚੱਲ, ਮੇਰੀ ਜਾਨ ਬਚਾ ਲੈ, ਜੋ ਕੁਝ ਤੈਨੂੰ ਚਾਹੀਦਾ ਹੈ ਉਹ ਮੈਂ ਤੈਨੂੰ ਦੇ ਦਿਆਂਗਾ, ਮੈਨੂੰ ਬਸ ਆਜ਼ਾਦ ਕਰ ਦੇ, ਮੈਂ ਕਿਸੇ ਕਾਰੋਬਾਰ ਦੇ ਵਿੱਚ ਤੇਰਾ ਸੰਗੀ ਸਾਥੀ ਨਹੀਂ ਰਹਿਣਾ, ਮੈਂ ਤੇਰੇ ਤੋਂ ਇੱਕ ਖੋਟਾ ਪੈਸਾ ਨਹੀਂ ਮੰਗਦਾ, ਮੈਨੂੰ ਪਿੰਡ ਚਲਿਆ ਜਾਣ ਦੇ, ਮੈਨੂੰ ਠੀਕ ਹੋ ਜਾਣ ਦੇ। ਉਸਨੇ ਉਸਦੀ ਇੱਕ ਨਹੀਂ ਸੁਣੀ, ਉਸਨੂੰ ਤੜਫਦਾ ਛੱਡ ਕੇ ਉਹ ਘਰੋਂ ਬਾਹਰ ਹੋ ਗਿਆ ਤੇ ਕੁਛ ਹੀ ਘੰਟਿਆਂ ਦੇ ਵਿੱਚ ਉਹ ਦਮ ਤੋੜ ਗਿਆ। ਕੁਝ ਦਿਨ ਬਾਅਦ ਸਾਰਾ ਕੁਝ ਪਹਿਲਾਂ ਵਰਗਾ ਹੋ ਗਿਆ, ਹੋਣਾ ਹੀ ਸੀ, ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਸੀ, ਕੰਨੋਂ ਕੰਨ ਖਬਰ ਨਹੀਂ ਸੀ ਕਿ ਇਹਨਾਂ ਨੇ ਕੀ ਕੁਝ ਕੀਤਾ ਹੈ, ਕਿਹੜੇ ਇਹਨਾਂ ਦੇ ਧੰਦੇ ਨੇ, ਜਾਂ ਜੋ ਕੁਝ ਹੋਇਆ ਵਾਪਰਿਆ ਹੈ ਉਸ ਦੇ ਵਿੱਚ ਕਿਸੇ ਦੀ ਮਾੜੀ ਨੀਅਤ ਵੀ ਸ਼ਾਮਲ ਹੈ। ਸਾਰਾ ਕੁਝ ਪਹਿਲਾਂ ਵਾਂਗ ਹੋ ਗਿਆ। ਉਹ ਜਿਹੜਾ ਨਿੱਕਾ ਸੀ ਉਹ ਹੋਰ ਤਰੱਕੀਆਂ ਕਰਦਾ ਗਿਆ। ਆਉਣ ਵਾਲੇ ਸਾਲ ਵਿੱਚ ਉਸ ਦਾ ਵਿਆਹ ਹੋ ਗਿਆ ਤੇ ਉਦੋਂ ਅਗਲੇ ਸਾਲ ਉਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਹੁਣ ਜਿਹੜਾ ਕੁਝ ਬੀਜਿਆ ਹੋਵੇ ਉਹ ਵੱਢਣਾ ਵੀ ਪੈਂਦਾ ਹੈ। ਉਸਨੇ ਆਪਣੇ ਪੁੱਤਰ ਨੂੰ ਬੜੇ ਹੀ ਚਾਵਾਂ ਨਾਲ, ਲਾਡਾਂ ਨਾਲ ਪਾਲਿਆ। ਜਿਹੜੀ ਚੀਜ਼ ਉਸਨੇ ਮੰਗਿਆ ਕਰਨੀ ਉਸਨੇ ਝੱਟ ਉਸਦੇ ਅੱਗੇ ਹਾਜ਼ਰ ਕਰ ਦਿਆ ਕਰਨੀ। ਉਸਦੀ ਹਰ ਇੱਕ ਇੱਛਾ ਉਸਨੇ ਪੂਰੀ ਕਰਿਆ ਕਰਨੀ। ਇੱਕ ਕਿਸਮ ਨਾਲ ਉਸਨੇ ਉਸਨੂੰ ਐਸਾ ਬਣਾ ਲਿਆ ਕਿ ਜਿਵੇਂ ਉਹ ਕਿਸੇ ਰਾਜੇ ਦਾ ਪੁੱਤਰ ਹੋਵੇ, ਜਿਵੇਂ ਕੋਈ ਰਾਜਕੁਮਾਰ ਹੋਵੇ। ਜਿਹੜੀ ਚੀਜ਼ ਤੇ ਉਸਨੇ ਕਿਹਾ ਕਰਨਾ ਕਿ ਮੈਨੂੰ ਆਹ ਚਾਹੀਦੀ ਹੈ, ਉਸਨੇ ਝੱਟ ਹਾਜ਼ਰ ਕਰ ਦਿਆ ਕਰਨੀ। ਥੋੜਾ ਸਮਾਂ ਬੀਤਿਆ, ਉਸਨੇ ਆਪਣੇ ਪੁੱਤਰ ਨੂੰ ਪੜ੍ਹਾਈ ਕਰਨ ਦੇ ਲਈ ਇੱਕ ਵੱਡੇ ਸ਼ਹਿਰ ਭੇਜ ਦਿੱਤਾ, ਇੱਕ ਮਹਾਨਗਰ ਭੇਜ ਦਿੱਤਾ ਕਿ ਉੱਥੇ ਜਾ ਕੇ ਚੰਗੀ ਵਿੱਦਿਆ ਹਾਸਲ ਕਰੇਗਾ ਤੇ ਮੇਰੇ ਕਾਰੋਬਾਰਾਂ ਨੂੰ ਹੋਰ ਕਈ ਗੁਣਾ ਉਹ ਵਧਾ ਦੇਵੇਗਾ। ਪਰ ਹੋਣਾ ਉਹ ਹੁੰਦਾ ਹੈ ਜੋ ਦਾਤੇ ਨੂੰ ਮਨਜ਼ੂਰ ਹੁੰਦਾ ਹੈ। ਜੋ ਇੱਕ ਇਨਸਾਨ ਦੇ ਦਿਮਾਗ ਵਿੱਚ ਚੀਜ਼ਾਂ ਘੜੀਆਂ ਹੁੰਦੀਆਂ ਨੇ ਉਹ ਘੜੀਆਂ ਕਢਾਈਆਂ ਰਹਿ ਜਾਂਦੀਆਂ ਨੇ, ਖਾਸ ਕਰਕੇ ਉਦੋਂ ਜਦੋਂ ਇਨਸਾਨ ਦੀ ਨੀਅਤ ਸੱਚੀ ਨਾ ਹੋਵੇ, ਜਦੋਂ ਇਨਸਾਨ ਦੇ ਮਨ ਵਿੱਚ ਛਲ ਹੋਵੇ, ਕਪਟ ਹੋਵੇ। ਉਦੋਂ ਪਰਮਾਤਮਾ ਕਿਸੇ ਵੀ ਜਿਹੜੀ ਉਸਦੀ ਸੋਚੀ ਹੋਈ ਚੀਜ਼ ਹੈ ਜਾਂ ਜਿਹੜੀ ਉਸਦੀ ਇੱਛਾ ਹੈ ਉਸ ਨੂੰ ਪੂਰਨ ਨਹੀਂ ਕਰਦੇ। ਸੋ ਜਦੋਂ ਉਹ ਉੱਥੇ ਗਿਆ, ਉਹ ਕਿਸੇ ਨਵੀਂ ਸੰਗਤ ਦੇ ਵਿੱਚ ਪਿਆ ਤੇ ਉਹ ਸੰਗਤ ਮਾੜੀ ਸੀ। ਉਸਨੇ ਭੈੜੀਆਂ ਭੈੜੀਆਂ ਚੀਜ਼ਾਂ ਸ਼ੁਰੂ ਕਰ ਲਈਆਂ, ਮਾਸ ਦਾ ਇਸਤੇਮਾਲ, ਸ਼ਰਾਬ ਦਾ ਇਸਤੇਮਾਲ, ਮਾੜੇ ਮਾੜੇ ਨਸ਼ਿਆਂ ਤੇ ਲੱਗ ਗਿਆ। ਉਸਨੇ ਆਪਣੇ ਪਿਓ ਤੋਂ ਪੈਸੇ ਮੰਗਾਈ ਜਾਇਆ ਕਰਨੇ ਤੇ ਉਸਨੇ ਕਦੀ ਇਹ ਨਾ ਪੁੱਛਿਆ ਕਰਨਾ ਕਿ ਤੂੰ ਇੰਨਾ ਧਨ ਕਿੱਥੇ ਲੈ ਕੇ ਜਾਣਾ ਹੈ, ਕੀ ਕਰਦਾ ਹੈ। ਉਸਨੇ ਬਿਨਾਂ ਉਸ ਤੋਂ ਸਵਾਲ ਜਵਾਬ ਕੀਤਿਆਂ ਉਸਨੂੰ ਪੈਸਾ ਦਿੰਦੇ ਰਹਿਣਾ। ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਉਸਨੂੰ ਇੱਕ ਭੈੜੀ ਬਿਮਾਰੀ ਨੇ ਘੇਰ ਲਿਆ। ਹੁਣ ਉਸਨੇ ਆਪਣੇ ਬਾਪ ਨੂੰ ਉਸ ਬਿਮਾਰੀ ਬਾਰੇ ਦੱਸ ਦਿੱਤਾ। ਉਸਨੇ ਇਲਾਜ ਲਈ ਬਹੁਤ ਪੈਸੇ ਭੇਜੇ। ਜਦੋਂ ਪੈਸੇ ਭੇਜ ਕੇ ਉਹ ਖੁੰਗਲ ਹੋ ਗਿਆ, ਕੰਗਾਲ ਹੋ ਗਿਆ, ਉਸਨੇ ਉਸਨੂੰ ਵਾਪਿਸ ਬੁਲਾ ਲਿਆ। ਵਾਪਿਸ ਬੁਲਾ ਕੇ ਆਪਣੇ ਸ਼ਹਿਰ ਵਿੱਚ ਉਸਦਾ ਇਲਾਜ ਸ਼ੁਰੂ ਕਰਵਾਇਆ। ਉਸਨੇ ਆਪਣੇ ਘਰ ਵੀ ਵੇਚ ਦਿੱਤੇ, ਆਪਣੇ ਕਾਰੋਬਾਰ ਵੀ ਵੇਚ ਦਿੱਤੇ। ਜਿੰਨਾ ਕੁਝ ਉਹਨੇ ਧੋਖੇ ਦੇ ਉਸ ਧੰਦੇ ਤੋਂ, ਕਾਰੋਬਾਰ ਤੋਂ ਬਣਾਇਆ ਸੀ, ਸਾਰਾ ਕੁਝ ਵਿਕ ਗਿਆ। ਉਸ ਉਪਰੰਤ ਜਿਹੜਾ ਕੁਝ ਉਸਦਾ ਪੁਸ਼ਤੈਨੀ ਸੀ, ਜਿਹੜੀ ਕੁਝ ਜ਼ਮੀਨ ਸੀ, ਉਹ ਵੀ ਵੇਚਣੀ ਪੈ ਗਈ। ਹੁਣ ਸਿਰਫ 2 ਮੀਆਂ ਬੀਵੀ ਬਚੇ ਸਨ ਤੇ ਸੜਕ ਦੇ ਕੰਢੇ ਤੇ ਆ ਗਏ ਸਨ। ਅਚਾਨਕ ਇੱਕ ਦਿਨ ਵੈਦ ਨੇ, ਹਕੀਮ ਨੇ ਵੀ ਜਵਾਬ ਦੇ ਦਿੱਤਾ ਕਿ ਤੁਸੀਂ ਇਸ ਨੂੰ ਜਿੱਥੇ ਮਰਜ਼ੀ ਲੈ ਜਾਓ, ਹੁਣ ਇਸ ਦਾ ਕੋਈ ਹੱਲ ਨਹੀਂ। ਉਹ ਵਾਪਿਸ ਆਇਆ। ਹੁਣ ਤਿੰਨੇ ਜਣੇ ਰਾਤ ਦੇ ਵੇਲੇ ਇੱਕ ਦਰਖਤ ਦੇ ਥੱਲੇ ਬੈਠੇ ਨੇ ਤੇ ਉਹ ਬੱਚਾ ਆਪਦੀ ਮਾਂ ਨੂੰ ਕਹਿੰਦਾ ਹੈ ਕਿ ਮਾਂ, ਮੈਂ ਆਪਦੇ ਪਿਤਾ ਨਾਲ, ਆਪਦੇ ਪਿਓ ਨਾਲ ਕੋਈ ਗੱਲ ਕਰਨੀ ਹੈ, ਤੂੰ ਮੈਨੂੰ ਕੁਛ ਪਲ ਇਹਦੇ ਨਾਲ ਗੱਲ ਕਰ ਲੈਣ ਦੇ, ਥੋੜਾ ਸਮਾਂ ਸਾਨੂੰ ਇਕੱਲਿਆਂ ਨੂੰ ਦੇ ਦੇ, ਤੂੰ ਥੋੜੇ ਸਮੇਂ ਲਈ ਟਹਿਲ ਲੈ, ਤੂੰ ਕਿਸੇ ਪਾਸੇ ਨੂੰ ਚਲੀ ਜਾ। ਉਹ ਕਹਿੰਦੀ ਠੀਕ ਹੈ। ਫਿਰ ਉਹ ਆਪਣੇ ਬਾਪ ਨੂੰ ਕਹਿੰਦਾ ਕਿ ਮੈਨੂੰ ਲੱਗਦਾ ਤੁਸੀਂ ਮੈਨੂੰ ਪਹਿਚਾਨਿਆ ਨਹੀਂ। ਉਹ ਕਹਿੰਦਾ ਨਹੀਂ, ਤੂੰ ਮੇਰਾ ਪੁੱਤਰ ਹੈ? ਕਹਿੰਦਾ ਨਹੀਂ, ਮੈਂ ਤੁਹਾਡਾ ਪੁੱਤਰ ਨਹੀਂ, ਮੈਂ ਤੁਹਾਡਾ ਦੋਸਤ ਹਾਂ, ਉਹ ਦੋਸਤ ਜਿਸ ਨੂੰ ਤੁਸੀਂ ਛਲ ਕਰਕੇ, ਕਪਟ ਕਰਕੇ ਮਾਰਿਆ ਸੀ। ਇਸ ਕੁਦਰਤ ਦੇ ਵਿੱਚ, ਇਸ ਕਾਇਨਾਤ ਦੇ ਵਿੱਚ ਜੋ ਅਸੀਂ ਕਰਾਂਗੇ ਉਸ ਦਾ ਸਿੱਟਾ ਸਾਨੂੰ ਭੁਗਤਣਾ ਹੀ ਪੈਣਾ। ਤੇ ਜੋ ਕੁਛ ਤੁਸੀਂ ਕਰਕੇ ਮੇਰੇ ਨਾਲ ਇਹ ਕਾਰੋਬਾਰ ਵਧਾਇਆ ਸੀ, ਬਣਾਇਆ ਸੀ, ਉਹ ਸਾਰਾ ਕਾਰੋਬਾਰ ਮੈਂ ਲੈ ਗਿਆ। ਮੈਂ ਇਕੱਲਾ ਮੂਲ ਨਹੀਂ ਲੈ ਕੇ ਜਾ ਰਿਹਾ, ਮੈਂ ਨਾਲ ਵਿਆਜ ਵੀ ਲਿਆ, ਵਿਆਜ ਸਮੇਤ ਮੈਂ ਵਸੂਲਿਆ। ਮੈਨੂੰ ਉਮੀਦ ਹੈ ਤੁਹਾਨੂੰ ਸਬਕ ਮਿਲ ਗਿਆ ਹੋਵੇਗਾ। ਮੈਂ ਜੇ ਛੱਡਿਆ ਤੁਹਾਡੇ ਪੱਲੇ ਸਿਰਫ ਚੰਦ ਸਾਹ ਛੱਡੇ ਨੇ, ਬਾਕੀ ਸਾਰਾ ਕੁਛ ਮੈਂ ਉਵੇਂ ਹੀ ਲੈ ਗਿਆ ਜਿਵੇਂ ਤੁਸੀਂ ਮੇਰੇ ਨਾਲ ਧੋਖਾਧੜੀ ਕਰਕੇ ਬਣਾਇਆ ਸੀ। ਸੋ ਇਸ ਕਹਾਣੀ ਤੋਂ ਕਹਾਣੀਕਾਰ ਸਾਨੂੰ ਇੱਕ ਬਹੁਤ ਵੱਡਾ ਸਬਕ ਦਿੰਦਾ ਹੈ, ਜੇ ਅਸੀਂ ਸਿੱਖੀ ਕੁਛ, ਜੇ ਕੁਛ ਸਮਝੀਏ ਤਾਂ।